ਬੂਟਾ ਸਿੰਘ ਬੁਰਜ ਗਿੱਲ ਨੇ, ਬੂਟਾ ਸਿੰਘ ਸ਼ਾਦੀपुर ਨੇ, ਸਾਰੇ ਤਸਵੀਰਾਂ ਦੇ ਵਿੱਚ ਲੰਗਰ ਛਕਦੇ ਨਜ਼ਰ ਆ ਰਹੇ ਨੇ। ਪੰਕਜ ਕਵਾਹੀ ਦਾ ਰੁਖ ਕਰ ਲੈਂਦੇ ਹਾਂ, ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ। ਪੰਕਜ, ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ, ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਸੰਕੇਤਕ ਹੁੰਦੀਆਂ ਨੇ, ਬਹੁਤ ਸੰਕੇਤ ਤਸਵੀਰਾਂ ਦਿੰਦੀਆਂ ਨੇ। ਮੈਂ ਤੁਹਾਨੂੰ 7ਵੇਂ ਦੌਰ ਦੀ ਜਿਹੜੀ ਮੀਟਿੰਗ ਸੀ ਇੱਕ ਵਾਰੀ ਫੇਰ ਉਹਨਾਂ ਤਸਵੀਰਾਂ ਤੇ ਲੈ ਕੇ ਜਾਣਾ ਚਾਹੂੰਗਾ। 7ਵੇਂ ਦੌਰ ਦੀ ਮੀਟਿੰਗ, ਅੱਜ ਵੀ ਤਸਵੀਰਾਂ ਨਜ਼ਰ ਆ ਰਹੀਆਂ ਨੇ, ਪਰ ਸਿਰਫ ਕਿਸਾਨ ਆਗੂ ਨੇ। 7ਵੇਂ ਦੌਰ ਦੀ ਮੀਟਿੰਗ ਦੇ ਵਿੱਚ ਮੰਤਰੀ ਵੀ ਨਾਲ ਨਜ਼ਰ ਆਏ ਸੀ। ਇੱਕ ਸੁਖਾਵੇਂ ਮਾਹੌਲ ਦੀ ਗੱਲਬਾਤ ਹੋਈ ਸੀ, ਇੱਕ ਸਕਾਰਾਤਮਕ ਪਹਿਲ ਵੱਲ ਕਿਸਾਨਾਂ ਨੇ ਵੀ ਇਸ਼ਾਰਾ ਕੀਤਾ ਸੀ ਕਿ ਅੱਜ ਕੇਂਦਰ ਸਰਕਾਰ ਦੇ ਰੁਖ 'ਚ ਨਰਮੀ ਹੈ ਔਰ ਸਾਨੂੰ ਲੱਗਦਾ ਹੈ ਕਿ ਸਕਾਰਾਤਮਕ ਨਤੀਜੇ ਨਿਕਲਣਗੇ। ਪਰ 8ਵਾਂ ਦੌਰ ਆਉਂਦੇ ਫਿਰ ਤਲਖੀ ਹੋ ਗਈ। ਉਸ ਤੋਂ ਬਾਅਦ ਨਵੀਆਂ ਉਸ ਦੇ ਵਿੱਚ ਜਿਹੜੇ ਘਟਨਾਕ੍ਰਮ ਜੁੜ ਗਏ। ਸੁਪਰੀਮ ਕੋਰਟ ਦੇ ਵਿੱਚ ਤੱਕ ਕੇਸ ਪਹੁੰਚ ਗਿਆ। ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ। ਸੁਪਰੀਮ ਕੋਰਟ ਦੇ ਵੱਡੇ ਫੈਸਲੇ ਤੋਂ ਬਾਅਦ ਅੱਜ ਦੀ ਪਹਿਲੀ ਮੀਟਿੰਗ ਆਪਾਂ ਕਹਿ ਸਕਦੇ ਹਾਂ 9ਵੇਂ ਦੌਰ ਵਾਲੀ ਮੀਟਿੰਗ ਨੂੰ। ਸੋ ਤੁਹਾਡੇ ਕੋਲੇ ਜੇ ਕੋਈ ਜਾਣਕਾਰੀ ਪਹੁੰਚ ਰਹੀ ਹੋਵੇ, ਅੱਜ ਕੋਈ ਸਬੱਬ ਬਣ ਰਿਹਾ ਇਕੱਠੇ ਲੰਗਰ ਛਕਣ ਦਾ ਜਾਂ ਅੱਜ ਵੀ ਅੱਡੋ ਅੱਡੀ ਥਾਲੀ? ਵਿਜੇਪਾਲ, ਅੱਜ ਵੱਖੋ-ਵੱਖ ਤੌਰ ਤੇ ਲੰਗਰ ਜਿਹੜਾ ਉਹ ਛਕਿਆ ਜਾਏਗਾ, ਕਿਉਂਕਿ ਇਸ ਲੰਗਰ ਦੇ ਉੱਤੇ ਪੂਰੇ ਦੇਸ਼ ਹੀ ਨਹੀਂ ਬਲਕਿ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੁੰਦੀਆਂ ਨੇ। ਤੁਸੀਂ 7ਵੇਂ ਦੌਰ ਦੀ ਮੀਟਿੰਗ ਦਾ ਜ਼ਿਕਰ ਕੀਤਾ, ਮੈਂ ਪਹਿਲੇ ਦੌਰ ਦੀ ਮੀਟਿੰਗ ਦਾ ਜ਼ਿਕਰ ਕਰਨਾ ਚਾਹੂੰਗਾ। ਪਹਿਲੇ ਦੌਰ ਦੀ ਜਦੋਂ ਮੀਟਿੰਗ ਹੋਈ ਤਾਂ ਉਦੋਂ ਸਰਕਾਰੀ ਖਾਣਾ ਜਿਹੜਾ ਵੈ ਉਹ ਕਿਸਾਨ ਆਗੂਆਂ ਨੇ ਖਾਧਾ ਸੀ। ਉੱਥੇ ਹੱਸਦੇ ਮੰਤਰੀਆਂ ਦੇ ਨਾਲ ਗੱਲਬਾਤ ਦੀਆਂ ਤਸਵੀਰਾਂ ਆਈਆਂ ਸੀ। ਸਭ ਤੋਂ ਜ਼ਿਆਦਾ ਵਿਰੋਧ ਉਸ ਵੇਲੇ ਹੋਇਆ ਸੀ ਔਰ ਇਸੇ ਵਜ੍ਹਾ ਕਰਕੇ ਦੂਸਰੀ ਮੀਟਿੰਗ 'ਚ ਕਿਸਾਨ ਆਗੂਆਂ ਨੇ ਖਾਣਾ ਖਾਣ ਤੋਂ ਮਨਾ ਕਰ ਦਿੱਤਾ, ਸਰਕਾਰੀ ਖਾਣੇ ਦਾ ਬਹਿਸ਼ਕਾਰ ਕਰ ਦਿੱਤਾ ਗਿਆ। ਉਸ ਤੋਂ ਬਾਅਦ ਆਪਣਾ ਲੰਗਰ ਲੈ ਕੇ ਆਣਾ ਸ਼ੁਰੂ ਹੋਏ ਔਰ 7ਵੇਂ ਦੌਰ ਦੀ ਜਦੋਂ ਮੀਟਿੰਗ ਹੋਈ ਉੱਥੇ ਮੰਤਰੀ ਅਤੇ ਕਿਸਾਨ ਆਗੂ ਜਿਹੜੇ ਨੇ ਇਕੱਠੇ ਲੰਗਰ ਛਕਦੇ ਹੋਏ ਨਜ਼ਰ ਆਏ ਸੀਗੇ। ਉੱਥੇ ਹਲਕਾ ਫੁਲਕਾ ਮਾਹੌਲ ਵੀ ਨਜ਼ਰ ਆਇਆ ਸੀਗਾ, ਲੇਕਿਨ 2-3 ਉੱਥੇ ਇਤਰਾਜ਼ ਜਿਹੜੇ ਹੋਏ ਸੀਗੇ। ਇੱਕ ਤਾਂ ਇੱਕ ਕਿਸਾਨ ਆਗੂ ਨਹੀਂ ਸੀ ਬਲਕਿ ਟਰਾਂਸਪੋਰਟਰ ਸੀ, ਉਹ ਮੀਟਿੰਗ ਦੇ ਅੰਦਰ ਮੌਜੂਦ ਸੀ। ਪਿਊਸ਼ ਗੋਇਲ ਨਾਲ ਤਸਵੀਰ ਸੈਲਫੀ ਲੈਂਦਾ ਹੋਇਆ ਨਜ਼ਰ ਆਇਆ ਸੀ। ਤਾਂ ਉਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜਾ ਵੈ ਕਿਸਾਨਾਂ ਦੇ ਵਿੱਚ ਨਾਰਾਜ਼ਗੀ ਸੀਗੀ। ਇੱਕ ਤਸਵੀਰ ਆਈ ਸੀਗੀ ਕਿ ਪਿਊਸ਼ ਗੋਇਲ ਟਕੈਤ ਹੋਰਾਂ ਨੂੰ ਕਹਿ ਰਹੇ ਸੀਗੇ ਕਿ ਮੈਨੂੰ ਤੁਹਾਡੇ ਬਾਰੇ ਜਾਣਕਾਰੀ ਹੈ, ਤੁਸੀਂ ਕਿੰਨੇ ਕੁ ਪਾਣੀ ਦੇ ਵਿੱਚ ਹੋ। ਤਾਂ ਉਸ ਵੇਲੇ ਵੀ ਉਹ ਲੰਚ ਬ੍ਰੇਕ ਸੀਗਾ। ਤਾਂ ਇਸ ਕਰਕੇ ਹੁਣ ਕਿਸਾਨ ਜਥੇਬੰਦੀਆਂ ਕੋਈ ਅਜਿਹਾ ਕਦਮ ਜਾਂ ਅਜਿਹਾ ਫੈਸਲਾ ਨਹੀਂ ਲੈਣਾ ਚਾਹੁੰਦੀਆਂ ਕਿ ਕੋਈ ਅਜਿਹੀ ਤਸਵੀਰ ਆਵੇ ਕਿ ਆਫ ਰਿਕਾਰਡ ਗੱਲਬਾਤ ਹੁੰਦੀ ਹੋਵੇ, ਕੋਈ ਹਾਸੇ ਖੇਡੇ ਦੀ ਗੱਲਬਾਤ ਹੁੰਦੀ ਹੋਵੇ ਔਰ ਉਸ ਨੂੰ ਲੈ ਕੇ ਵਿਵਾਦ ਹੋ ਜਾਏ। ਕਿਉਂਕਿ ਲੰਚ ਨੂੰ ਲੈ ਕੇ ਹੁਣ ਤੱਕ 3-4 ਵਾਰ ਵਿਵਾਦ ਹੋ ਚੁੱਕਿਆ ਵਾ ਔਰ ਨਾਰਾਜ਼ਗੀ ਇਸ ਕਰਕੇ ਵੀ ਹੁੰਦੀ ਹੈ ਕਿਉਂਕਿ 2 ਲੱਖ ਦੇ ਕਰੀਬ ਜਿਹੜੇ ਨੇ ਉਹ ਵੱਖ-ਵੱਖ ਬਾਰਡਰਾਂ ਦੇ ਉੱਤੇ ਲੋਕ ਜਿਹੜੇ ਨੇ ਉਹ ਬੈਠੇ ਹੋਏ ਨੇ ਔਰ ਉਹ ਸਾਰੇ ਲੋਕ ਔਰ ਪੰਜਾਬ ਦੇ ਵਿੱਚ ਬੈਠੇ ਪੰਜਾਬੀ, ਹਰਿਆਣਾ ਦੇ ਵਿੱਚ ਬੈਠੇ ਜਿਹੜੇ ਹਰਿਆਣਵੀ ਕਿਸਾਨ ਨੇ, ਯੂਪੀ ਦੇ ਵਿੱਚ ਬੈਠੇ ਜਿਹੜੇ ਉੱਤਰ ਪ੍ਰਦੇਸ਼ ਦੇ ਕਿਸਾਨ ਨੇ, ਜਾਂ ਫਿਰ ਕੈਨੇਡਾ, ਅਮਰੀਕਾ, ਇੰਗਲੈਂਡ ਉੱਥੇ ਜਿਹੜੇ ਬੈਠੇ ਪੰਜਾਬੀ ਨੇ, ਜਾਂ ਫਿਰ ਉੱਥੇ ਬੈਠੇ ਜਿਹੜੇ ਕਿਸਾਨ ਨੇ, ਉਹਨਾਂ ਦੀਆਂ ਨਜ਼ਰਾਂ ਵੀ ਇਸ ਮੀਟਿੰਗ ਨੂੰ ਲੈ ਕੇ ਰਹਿੰਦੀਆਂ ਨੇ। ਔਰ ਸੋਸ਼ਲ ਮੀਡੀਆ ਤੇ ਅਗਰ ਇੱਕ ਵੀ ਤਸਵੀਰ ਅਜਿਹੀ ਆ ਜਾਏ ਤਾਂ ਬਵਾਲ ਹੋ ਜਾਂਦਾ ਵਾ, ਵਿਵਾਦ ਹੋ ਜਾਂਦਾ ਵਾ। ਔਰ ਇਸੇ ਵਜ੍ਹਾ ਕਰਕੇ ਮੈਂ ਦਿਖਾਣਾ ਚਾਹੂੰਗਾ ਕਿ ਇਸ ਵਿਗਿਆਨ ਭਵਨ ਦੀ ਇਸ ਬਿਲਡਿੰਗ ਦੇ ਵਿੱਚ ਅੰਦਰ ਜੋ ਮੀਟਿੰਗ ਹਾਲ ਹੈ, ਮੀਟਿੰਗ ਹਾਲ ਦੇ ਨਾਲ ਬਿਲਕੁਲ ਇੱਕ ਸਾਈਡ ਤੇ ਇੱਕ ਹੋਰ ਹਾਲ ਹੈ, ਉੱਥੇ ਅੰਦਰ ਲੰਚ ਜਿਹੜਾ ਵਾ ਇਸ ਵੇਲੇ ਚੱਲ ਰਿਹਾ ਵਾ ਔਰ ਉੱਥੇ ਬਾਕਾਇਦਾ ਤੌਰ ਤੇ ਕਿਸਾਨ ਆਗੂ ਜਿਹੜੇ ਨੇ ਉਹ ਤਸਵੀਰਾਂ ਅਸੀਂ ਲਗਾਤਾਰ ਦਿਖਾ ਰਹੇ ਹਾਂ। ਅੰਦਰੋਂ ਜੋ ਇੱਕ ਤਸਵੀਰ ਆ ਰਹੀ ਹੈ ਸਭ ਤੋਂ ਪਹਿਲਾਂ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਉਹ ਆਪਣਾ ਲੰਚ ਜਿਹੜਾ ਲੰਗਰ ਹੈ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਆਇਆ ਉਹ ਲੰਗਰ ਉੱਥੇ ਛਕ ਰਹੇ ਨੇ। ਲੇਕਿਨ ਦੂਜੇ ਪਾਸੇ ਕਿਉਂਕਿ ਇਸ ਲੰਚ ਉਸ ਵੇਲੇ ਹੁੰਦਾ ਜਦੋਂ ਤਲਖੀ ਵੱਧ ਜਾਂਦੀ ਹੈ। ਅੱਜ ਨਰਿੰਦਰ ਸਿੰਘ ਤੋਮਰ ਦੋਵਾਂ ਮੰਤਰੀਆਂ ਤੋਂ ਪਹਿਲਾਂ ਉੱਠ ਕੇ ਚਲੇ ਗਏ। ਉਹ ਇਸ ਕਰਕੇ ਉੱਠ ਕੇ ਚਲੇ ਗਏ ਜਦੋਂ ਤੋਮਰ ਹੋਰਾਂ ਨੇ ਕਿਹਾ ਕਿ ਤੁਸੀਂ ਬਾਹਰ ਜਾ ਕੇ ਕਿਸਾਨ ਜਥੇਬੰਦੀਆਂ ਨੂੰ ਇਸ ਗੱਲ ਦਾ ਜ਼ਿਕਰ ਕੀਤਾ ਕਿ ਤੁਸੀਂ ਬਾਹਰ ਜਾ ਕੇ ਕਹਿੰਦੇ ਹੋ ਕਿ ਸਰਕਾਰ ਅੜੀ ਹੋਈ ਹੈ। ਉਹਨਾਂ ਨੇ ਕਿਹਾ ਕਿ ਮੈਂ ਇਸ ਗੱਲ ਦਾ ਜ਼ਿਕਰ ਕਰਨਾ ਨਹੀਂ ਚਾਹੁੰਦਾ ਲੇਕਿਨ ਤੁਹਾਨੂੰ ਬੁਰਾ ਲੱਗੇ, ਲੇਕਿਨ ਮੈਂ ਸਾਫ਼ ਤੌਰ ਤੇ ਕਹੂੰਗਾ ਕਿ ਅਸੀਂ ਸਰਕਾਰ ਜਿਹੜੀ ਹੈ ਉਹ ਕਈ ਮਾਮਲਿਆਂ ਦੇ ਵਿੱਚ ਅੱਗੇ ਵਧੀ ਹੈ, ਕਈ ਸਾਰੇ ਫੈਸਲੇ ਲਿੱਤੇ ਨੇ ਔਰ ਸੁਪਰੀਮ ਕੋਰਟ ਨੇ ਜਦੋਂ ਕਾਨੂੰਨ ਨੂੰ ਲਾਗੂ ਹੋਣ ਤੇ ਰੋਕ ਲਗਾ ਦਿੱਤੀ ਹੈ ਤਾਂ ਉਸ ਵੇਲੇ ਵੀ ਅਸੀਂ ਕਹਿ ਰਹੇ ਹਾਂ ਕਿ ਕੋਈ ਹੋਰ ਗੱਲਬਾਤ ਕਰਨੀ ਹੈ, ਜੋ ਸੋਧ ਕਰਵਾਉਣਾ ਉਹ ਕਰਵਾ ਲਓ, ਲੇਕਿਨ ਕਿਸਾਨ ਜਥੇਬੰਦੀਆਂ ਅੱਗੇ ਨਹੀਂ ਵਧਦੀਆਂ। ਤਾਂ ਉਸ ਵੇਲੇ ਨਰਿੰਦਰ ਸਿੰਘ ਤੋਮਰ ਉੱਠ ਕੇ ਚਲੇ ਗਏ ਔਰ ਪਿਊਸ਼ ਗੋਇਲ ਨੇ ਜ਼ਰੂਰੀ ਵਸਤਾਂ ਐਕਟ ਦੇ ਵਿੱਚ ਜੋ ਖਾਮੀਆਂ ਦੀ ਗੱਲ ਹੋਈ, ਇਹ ਕਿਹਾ ਗਿਆ ਕਿ ਜੋ ਤੁਹਾਨੂੰ ਖਰਚੇ ਨਜ਼ਰ ਆਉਂਦੇ ਨੇ ਉਹ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ। ਲੇਕਿਨ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਸਾਨੂੰ ਜ਼ਰੂਰੀ ਵਸਤਾਂ ਐਕਟ ਹੋਵੇ ਜਾਂ ਬਾਕੀ ਦੂਜੇ ਕਾਨੂੰਨ ਹੋਣ, ਤਿੰਨੇ ਕਾਨੂੰਨਾਂ ਨੂੰ ਰੱਦ ਤੋਂ ਇਲਾਵਾ ਕੁਝ ਮਨਜ਼ੂਰ ਨਹੀਂ ਹੈ, ਸੰਸ਼ੋਧਨ ਤੋਂ ਇਲਾਵਾ ਕੁਝ ਮਨਜ਼ੂਰ ਨਹੀਂ ਹੈ। ਉਦੋਂ ਤਲਖੀ
ਤਲਖੀ ਹੋਈ। ਡਾਕਟਰ ਦਰਸ਼ਨਪਾਲ ਗੱਲ ਰੱਖ ਰਹੇ ਸੀਗੇ, ਬਲਬੀਰ ਸਿੰਘ ਰਾਜੇਵਾਲ ਹੋਰੀ ਗੱਲ ਜਿਹੜੇ ਨੇ ਉਹ ਕਿਸਾਨਾਂ ਵੱਲੋਂ ਰੱਖ ਰਹੇ ਸੀਗੇ, 3 ਲੀਡਰ ਸੀਗੇ ਕਿਸਾਨਾਂ ਦੇ ਜੋ ਸਰਕਾਰ ਦੇ ਮੰਤਰੀਆਂ ਦੇ ਸਾਹਮਣੇ ਗੱਲ ਰੱਖ ਰਹੇ ਸੀਗੇ। ਉਦੋਂ ਤਲਖੀ ਹੋਈ, ਉਦੋਂ ਜ਼ਿਕਰ ਕਰਨਾਲ ਦੇ ਇਨਸੀਡੈਂਟ ਦਾ ਵੀ ਹੋਇਆ ਕਿ 900 ਬੰਦਿਆਂ ਦੇ ਉੱਤੇ ਕਿਉਂ ਪਰਚਾ ਹਰਿਆਣਾ ਪੁਲਿਸ ਵੱਲੋਂ ਦਰਜ ਕੀਤਾ ਗਿਆ, ਕਿਉਂ ਛਾਪੇਮਾਰੀ ਕਿਸਾਨਾਂ ਦੇ ਘਰਾਂ ਦੇ ਵਿੱਚ ਕੀਤੀ ਜਾ ਰਹੀ ਹੈ। ਤਾਂ ਉਸ ਵੇਲੇ ਲੰਚ ਬ੍ਰੇਕ ਲੈਣਾ ਪਿਆ ਔਰ ਲੰਚ ਬ੍ਰੇਕ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਨਿਊਜ਼ 18 ਦਰਸ਼ਕਾਂ ਤੱਕ ਪਹੁੰਚਾ ਰਿਹਾ ਵਿਜੇਪਾਲ। ਬਿਲਕੁਲ ਪੰਕਜ, ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦੀਆਂ ਨੇ ਔਰ ਤਸਵੀਰਾਂ ਅਸੀਂ ਦਿਖਾ ਰਹੇ ਹਾਂ। ਅੱਜ ਦੀਆਂ ਤਸਵੀਰਾਂ ਕੁਝ ਵੱਖਰੀਆਂ ਨੇ, ਪਿਛਲੀਆਂ ਮੀਟਿੰਗਾਂ ਤੋਂ ਹਟ ਕੇ ਨੇ। ਐਕਸਕਲੂਸਿਵ ਤਸਵੀਰਾਂ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ, ਕਿਉਂਕਿ ਇਹ ਅੰਦਰ ਦੀਆਂ ਤਸਵੀਰਾਂ ਨੇ, ਮੋਬਾਈਲ ਕੈਮਰੇ ਦੇ ਜ਼ਰੀਏ ਕੈਪਚਰ ਕੀਤੀਆਂ ਹੋਈਆਂ ਤਸਵੀਰਾਂ ਨੇ, ਇਸ ਕਰਕੇ ਉਹਨਾਂ ਦੀ ਕੁਆਲਿਟੀ ਦੇ ਵਿੱਚ ਥੋੜਾ ਜਿਹਾ ਫਰਕ ਜਾਂ ਰੇਂਜ ਘੱਟ ਹੋਣ ਕਰਕੇ ਕਈ ਵਾਰੀ ਫਰਕ ਆ ਜਾਂਦਾ ਹੈ। ਪਰ ਐਕਸਕਲੂਸਿਵ ਤਸਵੀਰਾਂ ਅਸੀਂ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਗੁਰਨਾਮ ਸਿੰਘ ਚੰਡੂਨੀ ਨਜ਼ਰ ਆ ਰਹੇ ਨੇ। ਗੁਰਨਾਮ ਸਿੰਘ ਚੰਡੂਨੀ ਉਹ ਨੇਤਾ ਨੇ, ਹਰਿਆਣਾ ਦੇ ਕਿਸਾਨ ਆਗੂ ਨੇ, ਜਿਹੜੇ ਕਾਫੀ ਗਰਮਜੋਸ਼ੀ ਨਾਲ ਬਿਆਨ ਦੇਣ ਕਰਕੇ ਜਾਣੇ ਜਾਂਦੇ ਨੇ। ਸਤਨਾਮ ਸਿੰਘ ਬਹਿਰੂ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ। ਸਾਰੇ ਕਿਸਾਨ ਨੇਤਾ ਜਿਹੜੇ ਨੇ, ਡਾਕਟਰ ਦਰਸ਼ਨਪਾਲ ਨਜ਼ਰ ਆ ਰਹੇ ਨੇ। ਇਸ ਵੇਲੇ ਬ੍ਰੇਕ ਹੋਈ ਹੈ, ਲੰਗਰ ਛਕਿਆ ਜਾ ਰਿਹਾ ਹੈ। ਕੁਝ ਕਿਸਾਨ ਆਗੂ ਨੇ ਜਿਹੜੇ ਥੱਲੇ ਬੈਠ ਕੇ ਲੰਗਰ ਛਕ ਰਹੇ ਨੇ, ਕੁਝ ਕਿਸਾਨ ਆਗੂ ਨੇ ਜਿਹੜੇ ਕੁਰਸੀਆਂ ਤੇ ਬੈਠੇ ਨੇ। ਰਾਕੇਸ਼ ਟਕੈਤ ਨਜ਼ਰ ਆ ਰਹੇ ਨੇ ਥੱਲੇ ਬੈਠੇ ਹੋਏ, ਨਾਲ ਮਨਜੀਤ ਸਿੰਘ ਰਾਏ ਨੇ ਉਹਨਾਂ ਦੇ ਨਾਲ ਬੈਠੇ ਹੋਏ। ਤਾਂ ਇਹ ਤਸਵੀਰਾਂ ਸਿੱਧੀਆਂ ਤਸਵੀਰਾਂ ਦਿੱਲੀ ਵਿਗਿਆਨ ਭਵਨ ਤੋਂ। ਲੰਚ ਬ੍ਰੇਕ ਹੋਈ ਹੈ, ਇਸ ਵੇਲੇ ਲੰਗਰ ਛਕ ਰਹੇ ਨੇ ਕਿਸਾਨ ਆਗੂ। ਉਮੀਦ ਹੈ ਕਿ ਲੰਚ ਤੋਂ ਬਾਅਦ ਜਦੋਂ ਦੂਸਰਾ ਦੌਰ ਸ਼ੁਰੂ ਹੋਏਗਾ, ਅੱਜ ਦੀ ਮੀਟਿੰਗ ਦਾ ਦੂਜਾ ਗੇੜ ਸ਼ੁਰੂ ਹੋਏਗਾ, ਤਾਂ ਉਸ ਦੂਜੇ ਗੇੜ ਦੇ ਵਿੱਚ ਕਾਫੀ ਕੁਝ ਸਕਾਰਾਤਮਕ ਹੋਣ ਦੀ ਆਸ ਹੈ। ਲਗਾਤਾਰ ਕਿਸਾਨ ਆਗੂ ਵੀ ਆਸਵੰਦ ਨੇ, ਜਿਹੜੇ ਧਰਨੇ ਤੇ ਕਿਸਾਨ ਬੈਠੇ ਹੋਏ ਨੇ, ਜਿਹੜੇ ਪਲ ਪਲ ਤੇ ਅਪਡੇਟ ਜਾਣ ਰਹੇ ਨੇ, ਉਹ ਵੀ ਆਸਵੰਦ ਨੇ ਕਿ ਅੱਜ ਦੀ ਮੀਟਿੰਗ ਦਾ ਕੋਈ ਨਾ ਕੋਈ ਸਿੱਟਾ ਨਿਕਲ ਸਕਦਾ ਹੈ। ਪਰ ਜਿਸ ਤਰੀਕੇ ਨਾਲ ਸਰਕਾਰ ਨੇ ਆਪਣਾ ਰੁਖ ਸਪਸ਼ਟ ਕੀਤਾ ਹੈ ਕਿ ਕਾਨੂੰਨ ਰੱਦ ਨਹੀਂ ਕਰਨੇ, ਬਾਕੀ ਕਿਸਾਨ ਜੋ ਚਾਹਣ ਉਹ ਮਨਵਾ ਸਕਦੇ ਹੈ, ਸੋ ਉਸ ਦੇ ਨਾਲ ਵੀ ਇਹ ਸਪਸ਼ਟ ਹੋ ਜਾਂਦਾ ਹੈ। ਕਈ ਵਾਰੀ ਉਸ ਤੋਂ ਸੰਕੇਤਕ ਹੁੰਦਾ ਹੈ ਕਿ ਸਰਕਾਰ ਹਲੇ ਕਾਨੂੰਨ ਰੱਦ ਕਰਨ ਵਾਲੇ ਪਾਸੇ ਨਹੀਂ ਜਾ ਰਹੀ ਜਾਂ ਨਹੀਂ ਇਹ ਗੱਲ ਕਹਿ ਰਹੀ, ਕਿਉਂਕਿ ਹਵਾਲਾ ਸੁਪਰੀਮ ਕੋਰਟ ਦੇ ਫੈਸਲੇ ਦਾ ਵੀ ਦਿੱਤਾ ਜਾ ਰਿਹਾ ਹੈ। ਸਰਕਾਰ ਕਹਿ ਰਹੀ ਹੈ ਸੁਪਰੀਮ ਕੋਰਟ ਦੇ ਵਿੱਚ ਕਾਨੂੰਨ ਤੇ ਆਲਰੇਡੀ ਰੋਕ ਲੱਗ ਚੁੱਕੀ ਹੈ। ਐਸੇ ਵਿੱਚ ਹੁਣ ਜਿਹੜਾ ਜੋ ਖੇਤੀਬਾੜੀ ਮੰਤਰੀ ਦਾ ਕਹਿਣਾ ਹੈ ਕਿ ਹੁਣ ਗੱਲਬਾਤ ਸਿਰਫ ਸੋਧਾਂ ਤੇ ਹੋਣੀ ਚਾਹੀਦੀ ਹੈ ਔਰ ਜੋ ਕਿਸਾਨ ਚਾਹੁੰਦੇ ਨੇ ਉਹ ਮਨਵਾ ਲੈਣ ਆਪਣੀ ਗੱਲ। ਰੋਕ ਆਲਰੇਡੀ ਲੱਗ ਚੁੱਕੀ ਹੈ ਸੁਪਰੀਮ ਕੋਰਟ ਦੇ ਜ਼ਰੀਏ, ਪਰ ਕਿਸਾਨ ਕਹਿ ਰਹੇ ਨੇ ਕਿ ਸਰਕਾਰ ਦੇ ਹੱਥ 'ਚ ਸਭ ਕੁਝ ਹੈ। ਸੁਪਰੀਮ ਕੋਰਟ ਵਾਰ-ਵਾਰ ਕਹਿ ਵੀ ਸਕਦੇ ਹਾਂ ਕਿ ਇਹਨਾਂ ਨੂੰ ਹਾਂ ਜਦੋਂ ਆਪਾਂ ਦਿੱਲੀ ਦੀ ਬਹਿਸ ਕਰਦੇ ਚਰਚਾ ਕਰਦੇ ਮੈਂ ਚਾਹੁੰਦਾ ਹੋਈ ਆ ਸਕਦੀ ਜਿਹੜੀ ਹਾਂ ਅੱਛਾ ਉਹ ਤਾਂ ਅਹਿਸਾਸ ਹੁੰਦਾ ਅੰਦਰ ਤੇ ਹੁੰਦਾ ਕਿਹੜੇ ਇਹ ਨਹੀਂ ਕਿਵੇਂ ਕਹਿ ਸਕਦੇ ਆ ਸਰਕਾਰ ਦੇ ਠੀਕ ਅਫਸਰਾਂ ਨੂੰ ਕੁਰਸੀ ਦਾ ਜ਼ਿਆਦਾ ਹੁੰਦਾ ਹੈ, ਅਫਸਰਾਂ ਨੂੰ ਕੁਰਸੀ ਜ਼ਿਆਦਾ ਪਿਆਰੀ ਹੁੰਦੀ ਹੈ। ਪੰਗੂ ਸਾਹਿਬ ਨੇ ਸਾਡੇ ਨਾਲ ਐਡਵੋਕੇਟ ਨੇ ਪੰਗੂ ਸਾਹਿਬ ਕਿਵੇਂ ਦਾ ਅੰਦਰ ਪਿਆ ਉਹ ਬਿਹੇਵੀਅਰ ਕੰਟਰੋਲੀਅਰ ਹੈ, ਬੜੀ ਸਿੱਧੀ ਸਾਦੀ ਗੱਲ ਹੋ ਰਹੀ ਹੈ ਦੋਵੇਂ ਪਾਸੇ ਦੀ। ਠੀਕ ਹੈ ਪਰ ਅਜੇ ਤੱਕ ਖੇਤੀ ਕਾਨੂੰਨ ਦੇ ਰਿਪਲਾਈ ਕਰਨੀ ਚਾਹੀਦੀ, ਬਿਲਕੁਲ ਹਾਰਡ ਨੈਟਿਵ ਬਿਲਕੁਲ ਖੜੇ ਹੋਏ। ਠੀਕ ਹੈ ਇੱਕ ਗੱਲ ਜ਼ਰੂਰ ਹੈ, ਹਾਂਜੀ ਇਹ ਜੋ ਸੁਪਰੀਮ ਕੋਰਟ ਦਾ ਰਸਤਾ ਸੀ, ਕਮੇਟੀ ਦਾ ਰਸਤਾ ਸੀ, ਹਾਂਜੀ ਇਹਨੂੰ ਕੋਈ ਬਹੁਤਾ ਸਰਕਾਰ ਨੇ ਨਹੀਂ ਕੀਤਾ ਹੈ। ਠੀਕ ਹੈ ਇਹ ਵਾਰ-ਵਾਰ ਕਿਹਾ ਵੀ ਲੋਕਾਂ ਦੇ ਸਰਕਾਰ ਦੇ ਵਿੱਚ ਆਪਾਂ ਦੇ ਸਰਕਾਰ ਦੇ ਵਿੱਚ ਹੀ ਮਸਲਾ ਹੱਲ ਹੈ। ਠੀਕ ਵੀ ਅਸੀਂ ਪਹਿਲਾਂ ਵੀ ਸਰਾਏ ਦੇ ਤੇ ਹੁਣ ਵੀ ਸਰਾਏ। ਠੀਕ ਹੈ ਸਾਨੂੰ ਜਿਹੜਾ ਖਰਚਾ ਸੀ ਉਹਦੇ ਉੱਪਰ ਨਹੀਂ ਹੁੰਦੀ। ਠੀਕ ਹੈ ਪਰ ਅਪੀਲ ਕਰਨ ਦੇ ਸਵਾਲ ਤੇ ਕਾਫੀ ਅਜੇ ਹੋਏ। ਅੱਛਾ ਉਹੀ ਰੱਟ ਦੁਬਾਰਾ ਲਾ ਰਹੇ ਆ ਵੀ हम लोग कोशिश करते हैं ਹਾਂਜੀ प्रपोजल भी आ अमेंडमेंट भी और डिस्कस कर लो और कर लो, ਹਾਂਜੀ तो उसके ऊपर हमने बरसात है तो इससे तो बड़ी हेडलाइन बन हो चुकी है। ਓਕੇ ਹੁਣ ਅਮੈਂਡਮੈਂਟ ਦੇ ਕਲਾਸ ਦੀ ਡਿਸਕਸ਼ਨ ਕੁਝ ਵੀ ਨਹੀਂ। ਓਕੇ ਹੁਣ ਤੁਸੀਂ ਅੱਗੇ ਵਧੋ। ਤਾਂ
ਬਸ ਇੱਥੇ ਹੀ ਗੱਲ ਰੁਕੀ ਹੋਈ ਹੈ। ਠੀਕ ਹੈ, ਇੱਕ ਅਸੈਂਸ਼ੀਅਲ ਕਮਿਊਨਿਟੀ ਐਕਟ ਦੀ ਗੱਲ ਹੋਈ ਸੀ। ਤੁਸੀਂ ਕਿਹਾ ਸੀ ਵੀ ਰਿਪੀਲ ਕਰਨੀ ਦਾ ਇਹਨੂੰ ਲੋੜ ਨਹੀਂ ਹੈ ਕਿਉਂਕਿ ਨਿਊ ਐਕਟ ਨਹੀਂ ਇਹ ਕਿਹਨੂੰ ਸੋਧਾ ਹੀ ਹੈ ਇਸ ਦੇ ਵਿੱਚ। ਸੋਧ ਵੀ ਉਹ ਹੈ ਵੀ ਤੁਸੀਂ ਇਹਨਾਂ ਦੇ ਉੱਪਰ ਜਿਹੜੀ ਸਟਾਕ ਲਿਮਿਟ ਹੈ ਉਹਨਾਂ ਹਾਲਤਾਂ 'ਚ ਲਗਾਉਣਾ ਚਾਹੁੰਦੇ ਜਦੋਂ ਦੇਸ਼ ਦੇ ਵਿੱਚ ਕੋਈ ਜੰਗ ਹੋਵੇ, ਨੈਚੁਰਲ ਕਲੈਮਿਟੀ ਹੋਵੇ ਜਾਂ ਕੋਈ ਕਰੋਨਾ ਵਾਲੀ ਕੋਈ ਐਕਸਟਰਾ ਆਰਡਨਰੀ ਕੰਡੀਸ਼ਨ ਜੀ। ਮੈਂ ਤੁਸੀਂ ਆਰਡਨਰੀ ਦੇ ਵਿੱਚ ਵੀ ਰਹਿਣ ਦਾ 1955 ਦਾ ਐਕਟ ਹੈ, 65 ਸਾਲ ਹੋ ਗਏ ਬਣੇ ਤਾਂ ਉਦੋਂ ਦਾ ਆਪਾਂ ਨੇ ਜਿਹੜੀ ਕੈਪ ਲੱਗੀ ਹੋਈ ਸੀ ਸੈਸ਼ਨ ਕੀਤਾ ਉਹਦੇ ਪਰ ਨੂੰ ਹੁਣ ਤੁਸੀਂ ਬਾਹਰ ਨੂੰ ਕੱਢਿਆ ਐਸੀ ਕੀ ਜ਼ਰੂਰਤ ਹੈ। ਜੇ ਤੁਸੀਂ ਐਕਸਟਰਾ ਆਰਡਨਰੀ ਕੰਡੀਸ਼ਨ ਲਾਉਣੇ ਤਾਂ ਆਰਡੀਨਰੀ 'ਚ ਵੀ ਰਹਿਣਗੇ। ਉਹ ਕਹਿੰਦੇ ਹਮ ਵਿਚਾਰ ਕਰ ਲਈਏ ਬਸ ਇੰਨੀ ਅਜੇ ਤੱਕ ਗੱਲ ਹੋਈ ਹੈ। ਹੁਣ ਆਫਟਰ ਲੰਚ ਦੇਖਦੇ ਕਿੱਧਰ ਨੂੰ ਵੱਧ ਰਿਹਾ। ਠੀਕ ਹੈ ਜੀ ਜ਼ਿਆਦਾ ਇਹ ਹੈ ਪਰ ਲੱਗਦਾ ਇਹ ਹੈ ਵੀ ਅਜੇ ਤੱਕ ਰਿਪੀਲ ਕਰਨ ਦਾ ਜਿਹੜਾ ਹੁਣ ਸਰਕਾਰ ਨੇ ਬੁਲਾਇਆ ਨਹੀਂ। ਅਸੀਂ ਵਾਰ-ਵਾਰ ਕਿਹਾ ਵੀ ਹੁਣ ਅੱਗੇ ਗੱਲਬਾਤ ਤਾਂ ਹੀ ਵਧੇ ਤੁਸੀਂ ਮਨ ਲਾਓ ਰਿਪੀਲ ਕਰੋ ਇਸ ਤੋਂ ਥੱਲੇ ਹੋਰ ਕੁਝ ਵੀ ਨਹੀਂ। ਬਾਹਰ ਇਸ ਤਰੀਕੇ ਦੀਆਂ ਖਬਰਾਂ ਚੱਲ ਰਹੀਆਂ ਸੀ ਵੀ ਅੰਦਰ ਬਹਿਸ ਹੋਈ ਹੈ, ਤਲਖੀ ਹੋਈ ਹੈ, ਕੁਛ ਇੱਦਾਂ ਦੀ ਹੈ ਗੱਲਬਾਤ? ਨਹੀਂ ਤਲਖੀ ਵਾਲੀ ਕੋਈ ਨਹੀਂ। ਠੀਕ ਹੈ, ਤਲਖੀ ਨਹੀਂ ਹੈ ਕਿਸੇ ਨਾਲ ਵੀ ਹੈ। ਕਿਉਂਕਿ ਉਹਨਾਂ ਨੇ ਵੀ ਆਪਣਾ ਜੋ ਪੋਜੀਸ਼ਨ ਰੱਖੀ ਰਾਜੇਵਾਲ ਸਾਹਿਬ ਨੇ ਬੜੀ ਤਕੜੀ ਹੋ ਕੇ ਰੱਖੀ ਔਰ ਪਿਊਸ਼ ਗੋਇਲ ਨੇ ਸਿਰਫ ਇਸ ਐਕਟ ਦੇ ਉੱਤੇ ਪੂਰਾ ਸੰਬੰਧ ਹੀ ਇਸ ਐਕਟ ਨਾਲ ਸੀ ਤਾਂ ਉਹਨੂੰ ਅਸੀਂ ਆਨਸਰ ਕਰਤਾ ਸੀ। ਜਿਹੜੇ ਤੋਂ ਵੀ ਪੁੱਛਿਆ ਸੀ ਕਵਿਤਾ ਜੀ ਤੋਂ ਪੁੱਛਿਆ ਉਹਨੂੰ ਅਸੀਂ ਬੜਾ ਸੋਹਣਾ ਆਨਸਰ ਕਰਤਾ ਉਹਨੂੰ। ਉਹਦਾ ਉਦੋਂ ਕੋਈ ਜਵਾਬ ਨਹੀਂ ਸੀ। ਉਹ ਕਹਿੰਦੇ ਇਸ की ड्राफ्टिंग में कमजोरी है, हम इसको रीड्राफ्ट भी कर सकते हैं। रीड्राफ्ट तो साਡਾ ਕੋਈ ਉਹ ਨਹੀਂ ਹੈ। ਅਸੀਂ ਕਹਿੰਦੇ ਵੀ ਖਤਮ ਹੀ ਕਰੋ, ਅਮੈਂਡਮੈਂਟ ਹੈ ਅਮੈਂਡਮੈਂਟ ਖਤਮ ਕਰੋ। ਇਹਨੂੰ ਰਿਪੀਲ ਕਰਨ ਦੀ ਲੋੜ ਨਹੀਂ। ਦੋ ਐਕਟ ਰਿਪੀਲ ਕਰਨ ਜਿਹੜੇ ਮਿਲੇ ਤਾਂ ਉਹਨਾਂ ਦੇ ਉੱਪਰ ਚੱਲਦੀ ਹੈ। ਥੈਂਕ ਯੂ। ਹੁਣ ਤੱਕ ਦੀ ਅਪਡੇਟ। ਥੈਂਕ ਯੂ। ਤਾਂ ਐਡਵੋਕੇਟ ਪ੍ਰੇਮ ਸਿੰਘ ਭੰਗੂ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਸੀ। ਐਡਵੋਕੇਟ ਪ੍ਰੇਮ ਸਿੰਘ ਭੰਗੂ ਨੇ ਜੋ ਕੁਝ ਦੱਸਿਆ ਹੈ ਕਿ ਸਰਕਾਰ ਨੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਗੱਲਬਾਤ ਸ਼ੁਰੂ ਕੀਤੀ ਕੇਂਦਰੀ ਮੰਤਰੀ ਨੇ ਔਰ ਕਿਹਾ ਕਿ ਸੁਪਰੀਮ ਕੋਰਟ ਨੇ ਆਲਰੇਡੀ ਰੋਕ ਲਾ ਦਿੱਤੀ ਹੈ ਤਾਂ ਫਿਰ ਤੁਸੀਂ ਹੁਣ ਅਮੈਂਡਮੈਂਟਸ ਤੇ ਆ ਜਾਓ, ਅਮੈਂਡਮੈਂਟਸ ਤੇ ਗੱਲਬਾਤ ਕਰ ਲੈਂਦੇ ਆ। ਜੋ ਜਾਣਕਾਰੀ ਹੁਣੇ ਐਡਵੋਕੇਟ ਪ੍ਰੇਮ ਸਿੰਘ ਭੰਗੂ ਦੇ ਰਹੇ ਸੀ ਕਿਸਾਨ ਆਗੂ ਨੇ ਔਰ ਲਗਾਤਾਰ ਜਿਹੜੇ ਕਾਨੂੰਨੀ ਰਾਏ ਵੀ ਆਪਣੇ ਸਹਿਯੋਗੀਆਂ ਨੂੰ ਦਿੰਦੇ ਰਹਿੰਦੇ ਨੇ। ਉਸ ਤੋਂ ਬਾਅਦ ਜਿਹੜੀ ਇੰਪੋਰਟੈਂਟ ਗੱਲ, ਜਿਹੜੀ ਮਹੱਤਵਪੂਰਨ ਗੱਲ ਐਡਵੋਕੇਟ ਪ੍ਰੇਮ ਸਿੰਘ ਭੰਗੂ ਹੋਰਾਂ ਨੇ ਦੱਸੀ ਹੈ ਉਹ ਸਾਂਝੀ ਕਰਾਂਗੇ। ਸ਼ਿਵ ਕੁਮਾਰ ਕੱਕਾ ਹੋਰਾਂ ਨੂੰ ਸੁਣ ਲੈਂਦੇ ਆ ਕੀ ਕਹਿ ਰਹੇ ਨੇ। ਇੱਕ ਮਿੰਟ। सरकार ने पिछला रूल ऐलान किया, सुप्रीम कोर्ट का ऐलान किया, उसके बाद ये कहा कि आप हवा बताइए। हमारे तरफ से कहा गया कि साहब आपको हम शुरू से आखिरी तक एक ही बात कह रहे हैं कि कानून सरकार उसमें असमर्थता व्यक्त कर रही है ये विषय। फिर ये चला कि 3 कानूनों में भी और विचार करते हैं कि इनमें क्या क्या सुधार हो सकता है। उस पर थोड़ी सी चर्चा हुई। MSP पर चर्चा करने से सरकार बच रही है। MSP का मुद्दा उठा तो वही MSP पे आप चर्चा करेंगे तो सरकार बच रही है। लंच के बाद सभी लोगों का ये मन है कि MSP पर सरकार पर दबाव डाला जाए कि MSP पर गारंटी के कानून को लेकर सरकार की क्या राय है। सरकार हर बार ये कह रही थी कि हम तैयारी से आएंगे MSP की गारंटी से, परंतु वो MSP की तैयारी से नहीं आते हैं और साइड ट्रैक में हो जाता है। और ये लंच के बाद MSP पर चर्चा होनी चाहिए ये काका जी को 26 तारीख को लेकर बातचीत हुई ये अभी ट्रैक्टर मार्च को कोई चर्चा नहीं है, 26 को कोई चर्चा नहीं है। मीटिंग में केवल 3 कानूनों को रद्द करना इस पर चर्चा हुई है। 3 कानून के बारे में थोड़ी सी चर्चा हुई है। MSP को लेकर चर्चा करना चाहिए तो सरकार थोड़ा सा बचना चाहती है MSP पर, परंतु इसके बाद में निश्चित तौर पर MSP पर चर्चा की जाएगी। और कोई इस बात की चर्चा हुई जैसे इन्होंने FIRs करी हैं लोग किसानों के ऊपर, उसके ऊपर कुछ 8-9 बिंदुओं पर स्टार्टिंग में हम लोगों के द्वारा ये कहा गया है कि हरियाणा में 307 के मुकदमे कायम किए हैं। जो ट्रांसपोर्टर हमारी मदद कर रहे हैं उनके खिलाफ आप कार्रवाई कर रहे हैं। जो हमको आर्थिक सहयोग कर रहे हैं उनके खिलाफ आप काम कर रहे हैं। जो आढ़े दिए हैं उनके यहाँ छापा डाला जा रहा है। बाकी तो जो आपने किया सो किया, पर ये जो हमारी मदद करने वाले लोग हैं ये काम आपका ठीक नहीं है सरकार का। और सरकार ये क्या दिखाना चाहती है तो उन्होंने कहा कि हम दिखवाते हैं 307 का मुकदमा क्यों है। INA मुकदमा बुलवा रही है। INA का तो अधिकार क्षेत्र ही नहीं है इस प्रकार के। NIA का NIA का अधिकार क्षेत्र ही नहीं है। मंत्री जी ने कहा कि अधिकार क्षेत्र नहीं है, कैसे हो रहा है, हम इसको दिखवाते हैं। थैंक यू।
ਸ਼ਿਵ ਕੁਮਾਰ ਕੱਕਾ ਜਿਨ੍ਹਾਂ ਨੂੰ ਸੁਣਿਆ ਤੁਸੀਂ, ਹਾਲਾਂਕਿ ਕਿਉਂਕਿ ਮੋਬਾਈਲ ਰਿਕਾਰਡਿੰਗ ਹੈ, ਜਿਵੇਂ ਅਸੀਂ ਦੱਸ ਰਹੇ ਹਾਂ ਦਰਸ਼ਕਾਂ ਨੂੰ, ਨਿਊਜ਼ 18 ਪੰਜਾਬ ਤੇ ਅਸੀਂ ਪਲ ਪਲ ਦੀ ਅਪਡੇਟ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਕਿਸੇ ਵੀ ਕਿਸਾਨ ਆਗੂ ਨਾਲ ਜੋ ਵੀ ਗੱਲਬਾਤ ਹੁੰਦੀ ਹੈ ਉਸ ਦੇ ਵਿੱਚੋਂ ਕੀ ਅੰਦਰ ਦੀ ਗੱਲ ਪਤਾ ਲੱਗ ਸਕਦੀ ਹੈ। ਸ਼ਿਵ ਕੁਮਾਰ ਕੱਕਾ ਹੋਰਾਂ ਨੇ ਕਿਹਾ ਕਿ ਸਰਕਾਰ ਫਿਲਹਾਲ ਐਮਐਸਪੀ ਤੇ ਚਰਚਾ ਕਰਨ ਤੋਂ ਬਚ ਰਹੀ ਹੈ। ਐਮਐਸਪੀ ਤੇ ਚਰਚਾ ਤੇ ਸਰਕਾਰ ਆਈ ਨਹੀਂ, ਔਰ ਉਹਨਾਂ ਨੇ ਕਿਹਾ ਕਿ ਹੁਣ ਲੰਚ ਬ੍ਰੇਕ